ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਖਬਰਾਂ ਦੇ ਵਿੱਚ ਸਾਰਿਆਂ ਦਾ ਨਿੱਘਾ ਸਵਾਗਤ ਹੈ। ਮੈਂ ਤੁਹਾਡਾ ਦੋਸਤ ਤੇ ਹੋਸਟ ਪਰਮਜੀਤ ਸਿੰਘ ਭਾਗਨਾ। ਸਭ ਤੋਂ ਪਹਿਲਾਂ ਨਿਗਾਹ ਮਾਰਦੇ ਆ ਅੱਜ ਦੀਆਂ ਮੁੱਖ ਖਬਰਾਂ ਤੇ ਉਸ ਤੋਂ ਬਾਅਦ ਵਿਸਤਾਰ ਨਾਲ ਕਰਾਂਗੇ ਇਹਨਾਂ ਖਬਰਾਂ ਦੇ ਉੱਪਰ ਗੱਲਬਾਤ। ਕੋਰੋਨਾ ਕਰਕੇ ਸਰਕਾਰ ਨੇ ਕੀਤੀ ਹੋਰ ਸਖਤੀ, ਜਾਣੋ ਤਾਜ਼ਾ ਦਿਸ਼ਾ ਨਿਰਦੇਸ਼। ਕੋਰੋਨਾ ਦੀਆਂ ਗਲਤ ਰਿਪੋਰਟਾਂ ਦੇਣ ਵਾਲਿਆਂ ਖਿਲਾਫ ਸਖਤ ਕਾਰਵਾਈ। ਕੋਰੋਨਾ ਜੰਗ 'ਚ ਪੰਜਾਬ ਦੂਜੇ ਸੂਬਿਆਂ ਦੀ ਵੀ ਕਰੇਗਾ ਮਦਦ। ਪੰਜਾਬ 'ਚ ਕੋਰੋਨਾ ਦਾ ਕਹਿਰ ਜਾਰੀ। ਅੱਜ 77 ਨਵੇਂ ਮਾਮਲੇ। ਕੁੱਲ ਸੰਕਰਮਿਤ ਮਰੀਜ਼ 3140। ਇਸ ਸਾਲ ਮਹਿੰਗਾ ਨਹੀਂ ਹੋਵੇਗਾ ਪਿਆਜ਼, ਸਰਕਾਰ ਨੇ ਸ਼ੁਰੂ ਕੀਤੀ ਇਹ ਤਿਆਰੀ। ਖਾਲਿਸਤਾਨ ਸੰਬੰਧੀ ਬਿਆਨ ਤੇ ਜਥੇਦਾਰ ਅਕਾਲ ਤਖਤ ਨੇ ਦਿੱਤੀ ਸਫਾਈ। ਗਰਮੀ ਦੀ ਮਾਰ ਝੱਲ ਰਿਹਾ ਦੇਸ਼। 2 ਦਿਨਾਂ 'ਚ ਮੀਂਹ ਪੈਣ ਦੀ ਦੱਸੀ ਸੰਭਾਵਨਾ। ਹੁਣ ਖਬਰਾਂ ਵਿਸਤਾਰ ਦੇ ਨਾਲ। ਸਭ ਤੋਂ ਪਹਿਲਾਂ ਆਪਾਂ ਚੱਲਦੇ ਹਾਂ ਦਿੱਲੀ ਦੇ ਵਿੱਚ ਕੋਰੋਨਾ ਵਾਇਰਸ ਨੇ ਬਹੁਤ ਜ਼ਿਆਦਾ ਆਤੰਕ ਮਚਾਇਆ ਹੋਇਆ ਤੇ ਅਰਵਿੰਦ ਕੇਜਰੀਵਾਲ ਦੀ ਸਰਕਾਰ ਵੀ ਇਸ ਕੋਰੋਨਾ ਵਾਇਰਸ ਨੂੰ ਲੈ ਕੇ ਬੜੀ ਪਰੇਸ਼ਾਨ ਹੈ। ਪਰ ਹੁਣ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ ਇੱਕ ਨਵਾਂ ਫਰਮਾਨ ਦਿੱਲੀ ਦੇ ਵਿੱਚ ਜਾਰੀ ਕਰ ਦਿੱਤਾ ਤੇ ਇਹ ਫਰਮਾਨ ਜਿਹੜਾ 1 ਸਾਲ ਵਾਸਤੇ ਲਾਗੂ ਕੀਤਾ। 1 ਸਾਲ ਇਹ ਕਾਨੂੰਨ ਤੁਹਾਨੂੰ ਫੋਲੋ ਕਰਨੇ ਪੈਣਗੇ ਜੇ ਤੁਸੀਂ ਦਿੱਲੀ ਦੇ ਵਿੱਚ ਰਹਿੰਦੇ ਹੋ। ਤਾਂ ਦਿੱਲੀ ਦੇ ਵਿੱਚ ਜਿਹੜੇ ਨਿਯਮ ਬਣਾਏ ਗਏ ਨੇ ਇਹਨਾਂ ਦੇ ਉੱਪਰ ਭਾਰੀ ਭਰਕਮ ਜੁਰਮਾਨਾ ਜਿਹੜਾ ਕਿ ਉਹ ਵੀ ਤੈਅ ਕਰ ਦਿੱਤਾ ਗਿਆ ਦਿੱਲੀ ਸਰਕਾਰ ਦੀ ਤਰਫੋਂ ਤੇ ਸਖਤ ਨਿਯਮ ਬਣਾ ਦਿੱਤੇ ਗਏ ਨੇ। ਤੇ ਮੈਂ ਕਈ ਪ੍ਰੋਗਰਾਮਾਂ 'ਚ ਪਹਿਲਾਂ ਵੀ ਕਹਿ ਕੇ ਹਟਿਆ ਕਿ ਹਰੇਕ ਸੂਬੇ ਦੀ ਜ਼ਰੂਰਤ ਬਣ ਚੁੱਕੇ ਆ ਭਾਰੀ ਜੁਰਮਾਨੇ, ਕਿਉਂਕਿ ਕੋਰੋਨਾ ਵਾਇਰਸ ਕਰਕੇ ਵਿੱਤੀ ਜੋ ਘਾਟੇ ਨੇ, ਜੋ GDP ਹੈ ਉਹ ਪੂਰੀ ਤਰ੍ਹਾਂ ਅਰਥਚਾਰਾ ਟੁੱਟ ਚੁੱਕਿਆ। ਹਰੇਕ ਪ੍ਰਦੇਸ਼ ਜਿਹੜਾ ਸੂਬਾ ਹੈ ਉਹ ਇਸ ਵਕਤ ਕੰਗਾਲੀ ਦੀ ਕਦਾਰ ਦੇ ਉੱਪਰ ਖੜਾ। ਪੈਸਾ ਕਿੱਥੋਂ ਲੈਣਾ? ਲੋਕਾਂ ਤੋਂ। ਜੇ ਹੁਣ ਲੋਕ ਘਰਾਂ ਤੋਂ ਬਾਹਰ ਆਉਣਗੇ ਤਾਂ ਲੋਕ ਇਹ ਜੁਰਮਾਨੇ ਦੇਣਗੇ, ਨਹੀਂ ਜੇ ਲੋਕਡਾਊਨ ਲਾ ਦਿੱਤਾ ਤਾਂ ਲੋਕਾਂ ਨੂੰ ਘਰ ਬੈਠਿਆਂ ਰੋਟੀ ਖਵਾਉਣੀ ਪੈਣੀ ਹੈ। ਇਹ ਕਹਿ ਸਕਦੇ ਆ ਕਲੀਅਰ ਸਾਫ਼ ਤੌਰ ਤੇ ਵੀ 200 ਰੁਪਏ ਦਾ ਆਟਾ ਦਾਲ ਸਰਕਾਰ ਵੱਲੋਂ ਵੰਡ ਕੇ ਹੁਣ 500 ਰੁਪਏ ਦਾ ਜੁਰਮਾਨਾ ਇੱਕ ਕੱਲੇ ਮਾਸਕ ਦੇ ਉੱਪਰ ਸਰਕਾਰ ਵੱਲੋਂ ਤੈਅ ਕਰਤਾ। ਇੱਕ ਮਾਸਕ ਪਿੱਛੇ 300 ਰੁਪਏ ਦਾ ਜਿਹੜਾ ਪ੍ਰੋਫਿਟ ਹੁਣ ਗਵਰਨਮੈਂਟ ਦੇ ਖਾਤੇ 'ਚ ਜਾਊਗਾ। ਖੈਰ ਇਹਨਾਂ ਮਾਸਕਾਂ ਦੀ ਜੇਕਰ ਜਾਗਰੂਕਤਾ ਹੀ ਫੈਲਾਣੀ ਸੀ ਤਾਂ ਇਹ ਕਹਿ ਸਕਦੇ ਸੀ ਚਲੋ ਜੁਰਮਾਨੇ ਲਗਾਉਣੇ ਬੜੇ ਜ਼ਰੂਰੀ ਨੇ। ਪੁਲਿਸ ਵਾਲੇ ਇਹ ਮਾਸਕ 50 ਰੁਪਏ ਦਾ ਨਾਲ ਦੀ ਨਾਲ ਨਗਦੋ ਨਗਦੀ ਇਹਨਾਂ ਲੋਕਾਂ ਨੂੰ ਦੇ ਸਕਦੇ ਸੀ, ਪਰ ਲੋਕ ਵੀ ਡਰਦੇ ਨਹੀਂ ਹੈ। ਇਸ ਚੀਜ਼ ਕਰਕੇ ਵੀ ਜੁਰਮਾਨੇ ਲਗਾਏ ਗਏ ਨੇ। ਹੁਣ ਦਿੱਲੀ ਦੇ ਵਿੱਚ ਤਾਜ਼ਾ ਆંકੜੇ ਜੋ ਨਿਕਲ ਕੇ ਆਏ ਨੇ ਉਹਦੇ ਅਨੁਸਾਰ ਜੋ ਨਵੇਂ ਮਾਮਲੇ ਨੇ, ਮਾਮਲੇ ਵਧੀ ਜਾ ਰਹੇ ਨੇ। 41,182 ਕੇਸ ਜਿਹੜੇ ਦਿੱਲੀ ਦੇ ਵਿੱਚ ਆ ਚੁੱਕੇ ਹਨ। ਇਹਦੇ ਵਿੱਚੋਂ 1,327 ਲੋਕ ਜਿਹੜੇ ਆ ਇਹਨਾਂ ਦੀ ਮੌਤ ਹੋ ਗਈ ਹੈ। ਦਿੱਲੀ ਵਿੱਚ ਇਸ ਵਕਤ 24,000 ਐਕਟਿਵ ਕੇਸ ਨੇ ਤੇ ਕੇਂਦਰ ਸਰਕਾਰ ਦੀ ਮਦਦ ਦੇ ਨਾਲ ਹੁਣ ਦਿੱਲੀ ਦੇ ਵਿੱਚ ਜਿਹੜੇ ਕਿ ਰੇਲ ਕੋਚ ਜਿਹੜੇ ਕਿ ਉਹਨਾਂ ਦੇ ਵਿੱਚ ਆਈਸੋਲੇਸ਼ਨ ਵਾਰਡ ਤਿਆਰ ਕੀਤੇ ਗਏ ਨੇ ਤੇ ਨਵੇਂ ਨਿਯਮ ਜਿਹੜੇ ਕਿ ਜਾਰੀ ਕਰਤੇ। ਜੇਕਰ ਤੁਸੀਂ ਦਿੱਲੀ ਦੇ ਨਾਲ ਸੰਬੰਧਿਤ ਹੋ ਤਾਂ ਤੁਹਾਡੇ ਵਾਸਤੇ ਬੜੀ ਜ਼ਰੂਰੀ ਹੈ, ਤੁਸੀਂ ਅੱਜ ਨੋਟ ਕਰ ਲਓ। 1 ਸਾਲ ਤੁਹਾਨੂੰ ਇਹਨਾਂ ਨਿਯਮਾਂ ਦੇ ਵਿੱਚ ਰਹਿਣਾ ਪਊਗਾ। ਸਭ ਤੋਂ ਪਹਿਲਾਂ ਕੁਆਰੰਟੀਨ ਦੇ ਵਿੱਚ ਜੇਕਰ ਤੁਸੀਂ ਹੋ ਤਾਂ ਉਹਦੇ ਜੋ ਨਿਯਮ ਉੱਥੇ ਤੈਅ ਕੀਤੇ ਨੇ ਉਹਦੇ ਵਿੱਚ ਤੁਹਾਨੂੰ ਰਹਿਣਾ ਪਊਗਾ। ਉਹ ਨਿਯਮ ਪਾਲਣ ਕਰਨੇ ਪੈਣਗੇ। ਸਮਾਜਿਕ ਦੂਰੀ ਦੀ ਪਾਲਣਾ ਹਰ ਹੀਲੇ ਵਸੀਲੇ ਕਰਨੀ ਪਊਗੀ। ਕਹਿਣ ਦਾ ਭਾਵ ਹੈ ਕਿ ਦਿੱਲੀ ਦੇ ਵਿੱਚ ਹੁਣ ਜ਼ਿਆਦਾ ਵੱਡੇ ਇਕੱਠ ਨਹੀਂ ਹੋ ਸਕਣਗੇ। ਇਕੱਠ ਹੋਣਗੇ ਤਾਂ ਸੋਸ਼ਲ ਡਿਸਟੈਂਸਿੰਗ, ਸਮਾਜਿਕ ਦੂਰੀ ਦਾ ਜੋ ਹੈ ਉਹਦੀਆਂ ਧੱਜੀਆਂ ਉੱਡਣਗੀਆਂ। ਇਸ ਕਰਕੇ ਕਹਿ ਸਕਦੇ ਕਿ ਭਵਿੱਖ ਦੇ ਵਿੱਚ ਹੁਣ ਦਿੱਲੀ ਦੇ ਅੰਦਰ ਜੋ ਵੱਡੇ ਮੇਲੇ ਲੱਗਦੇ ਸੀ, ਵੱਡੇ ਪ੍ਰੋਗਰਾਮ ਹੁੰਦੇ ਸੀ, ਵੱਡੀਆਂ ਰੈਲੀਆਂ ਹੁੰਦੀਆਂ ਸੀ, ਵੱਡੇ ਧਰਨੇ ਹੁੰਦੇ ਸੀ, ਉਹ ਸਾਰੇ 1 ਸਾਲ ਵਾਸਤੇ ਪੂਰੀ ਤਰ੍ਹਾਂ ਮੁਕੰਮਲ ਬ੍ਰੇਕ ਲੱਗ ਗਈ ਉਹਨਾਂ ਦੇ ਉੱਪਰ। ਜਨਤਕ ਥਾਵਾਂ, ਕੰਮ ਵਾਲੇ ਜਿੱਥੇ ਜ਼ਰੂਰਤ ਹੈ ਉੱਥੇ ਤੁਹਾਨੂੰ ਭਾਈ ਮਾਸਕ ਲਗਾਉਣੇ ਪੈਣਗੇ। ਜੇ ਤੁਹਾਡੇ ਮਾਸਕ ਨਹੀਂ ਲੱਗਿਆ ਤਾਂ ਤੁਹਾਡੇ ਤੇ ਵੱਡਾ ਜੁਰਮਾਨਾ ਲਾਇਆ ਜਾਊਗਾ। ਜਨਤਕ ਥਾਵਾਂ ਦੇ ਉੱਪਰ ਤੁਸੀਂ ਥੁੱਕ ਵੀ ਨਹੀਂ ਸਕਦੇ। ਜੇਕਰ ਥੁੱਕਦੇ ਫੜੇਗੇ ਤਾਂ ਤੁਹਾਡੇ ਤੇ ਵੱਡਾ ਜੁਰਮਾਨਾ ਲੱਗੂਗਾ। ਤੇ ਜਨਤਕ ਥਾਵਾਂ ਦੇ ਉੱਪਰ ਜਿੱਥੇ ਸੁਪਾਰੀ, ਪੱਤਾ, ਗੁਟਕਾ, ਦੂਜੇ ਜੋ ਤੰਬਾਕੂ ਦੇ ਨਾਲ ਜੁੜੇ ਹੋਏ ਪ੍ਰੋਡਕਟ ਨੇ ਉਹ ਤੁਸੀਂ ਭਾਈ ਹੁਣ ਨਹੀਂ ਖਾ ਸਕਦੇ। ਇਹਦੇ ਉੱਪਰ ਮੁਕੰਮਲ ਪਾਬੰਦੀ ਲੱਗ ਗਈ ਹੈ। ਚਲੋ ਇਹ ਬਹੁਤ ਚੰਗੀ ਗੱਲ ਹੈ। ਜਿੱਥੇ ਹੁਣ ਦਿੱਲੀ ਸਾਫ਼ ਹੋ ਜੂਗੀ, ਦਿੱਲੀ ਸਵੱਛ ਹੋ ਜੂਗੀ। ਨਹੀਂ ਅਕਸਰ ਦਿੱਲੀ ਜਾਇਆ ਕਰਦੇ ਸੀ, ਕੰਧਾਂ ਲਾਲ ਹੋਈਆਂ ਹੁੰਦੀਆਂ ਸੀ ਅਕਸਰ। ਇਹਨਾਂ ਕੰਧਾਂ ਦੇ ਉੱਪਰ ਇਹਨਾਂ ਲੋਕਾਂ ਦੀਆਂ ਪਿਚਕਾਰੀਆਂ ਜਿਹੜੀਆਂ ਉਹ ਰੁਕ ਚੁੱਕੀਆਂ ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਇਹ ਜ਼ਿੰਮੇਵਾਰੀ ਦਿੱਤੀ ਹੈ ਵੀ ਉਹਨਾਂ ਨੇ ਭਾਈ ਇਸ ਚੀਜ਼ ਦਾ ਖਿਆਲ ਰੱਖਣਾ। ਦਿੱਲੀ ਵਿੱਚ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਾਉਣ ਵਾਸਤੇ ਜਿੱਥੇ ਪੁਲਿਸ ਦੀ ਮਦਦ ਲੱਤੀ ਜਾਊਗੀ ਉੱਥੇ ਮਾਸਕ ਨਾ ਪਾਉਣ ਵਾਲੇ ਲੋਕਾਂ ਦੇ ਉੱਪਰ ਵੱਡਾ ਜੋ ਇੱਕ ਜੁਰਮਾਨਾ ਸਰਕਾਰ ਦੀ ਤਰਫੋਂ ਤੈਅ ਕਰ ਦਿੱਤਾ। 500 ਰੁਪਇਆ ਜੁਰਮਾਨਾ ਤੁਹਾਨੂੰ ਦੇਣਾ ਪੈਣਾ।
ਜੇਕਰ ਤੁਸੀਂ ਇਸ ਜੁਰਮਾਨੇ ਨੂੰ ਇੱਕ ਵਾਰ ਦੇਣ ਤੋਂ ਬਾਅਦ ਦੁਬਾਰਾ ਲਾਪਰਵਾਹੀ ਵਰਤਦੇ ਆ ਤੁਹਾਨੂੰ 1000 ਜੁਰਮਾਨਾ ਦੇਣਾ ਪੈਣਾ। ਜੇਕਰ ਉਸ ਤੋਂ ਬਾਅਦ ਵੀ ਤੁਸੀਂ ਨਹੀਂ ਹਟਦੇ ਤਾਂ ਤੁਹਾਡੇ ਉੱਪਰ ਧਾਰਾ 188 ਦਾ ਪਰਚਾ ਹੋਣਾ। ਇਹ ਜਿਹੜੇ ਕੀ ਹੁਣ ਨਵੇਂ ਨੂੰ ਜੋ ਰੂਲ ਨਿਕਲ ਕੇ ਆ ਰਹੇ ਨੇ। ਚਲੋ ਖੈਰ, ਹੁਣ ਆਪਾਂ ਚੱਲੀਏ ਪੰਜਾਬ। ਦਿੱਲੀ ਤੋਂ ਸਿੱਧਾ ਪੰਜਾਬ ਦੇ ਤਾਜ਼ਾ ਅੰਕੜੇ ਜੋ ਨਿਕਲ ਕੇ ਆ ਰਹੇ ਨੇ, ਕੀ ਰਿਪੋਰਟ ਹੈ। ਸੋ ਪੰਜਾਬ ਦੇ ਵਿੱਚ ਕਈ ਜ਼ਿਲ੍ਹੇ ਇਦਾਂ ਦੇ ਜਿਹੜੇ ਨਿਕਲ ਕੇ ਆਏ ਨੇ ਜਿਨ੍ਹਾਂ ਦੇ ਵਿੱਚ ਕਰੋਨਾ ਮਰੀਜ਼ਾਂ ਨੂੰ ਗਲਤ ਰਿਪੋਰਟ ਦੇ ਆਧਾਰ ਦੇ ਉੱਪਰ ਹਸਪਤਾਲ ਤੋਂ ਛੁੱਟੀ ਦੇਤੀ। ਕਹਿੰਦੇ ਜੀ ਤੁਸੀਂ ਠੀਕ ਹੋ, ਘਰ ਜਾ ਸਕਦੇ ਆ। ਕਈ ਕੇਸ ਇਦਾਂ ਦੇ ਨਿਕਲ ਕੇ ਆਏ ਆ ਜਿਨ੍ਹਾਂ ਨੂੰ ਕਰੋਨਾ ਹੈ ਨਹੀਂ ਸੀ, ਉਹਨਾਂ ਨੂੰ ਚੱਕ ਕੇ ਆਈਸੋਲੇਟ ਵਾਰਡ 'ਚ ਕਰ ਦਿੱਤਾ, ਕੁਆਰੰਟੀਨ ਕਰਤਾ। ਜਿਹੜੇ ਲੋਕਾਂ ਨੂੰ ਕਰੋਨਾ ਸੀ ਉਹਨਾਂ ਨੂੰ ਘਰ ਭੇਜਤਾ। ਬਾਅਦ 'ਚ ਪ੍ਰਸ਼ਾਸਨ ਭੱਜਿਆ ਗਿਆ ਕਿ ਭਾਈ ਇਹ ਗਲਤ ਲੈ ਗਏ ਸੀ ਬੰਦੇ ਜਾਂ ਗਲਤ ਛੱਡ ਗਏ ਸੀ। ਹੁਣ ਜਿਹੜੀਆਂ ਨਿੱਜੀ ਲੈਬਾਂ ਸੀ ਜਿੱਥੇ ਆਮ ਲੋਕ ਜਾ ਕੇ ਆਪਣਾ ਕਰੋਨਾ ਟੈਸਟ ਕਰਵਾ ਲੈਂਦੇ ਆ, ਉੱਥੇ ਹੁਣ ਸਵਾਲ ਖੜੇ ਹੋਣ ਲੱਗੇ। ਪੰਜਾਬ ਦੇ ਵਿੱਚ ਨਿੱਜੀ ਜਿਹੜੀਆਂ ਟੈਸਟ ਲੈਬਾਂ ਨੇ ਉਹਨਾਂ ਦੀ ਰਿਪੋਰਟਾਂ ਦੇ ਉੱਪਰ ਹੁਣ ਸਵਾਲ ਉੱਠਣੇ ਸ਼ੁਰੂ ਹੋ ਗਏ ਕਿ ਭਾਈ ਇਹਨਾਂ ਨੇ ਰਿਪੋਰਟਾਂ ਜੋ ਬਣਾਈਆਂ ਸੀ ਉਹ ਗਲਤ ਸੀ। ਗਲਤ ਆਧਾਰ ਦੇ ਉੱਪਰ ਇਹਨਾਂ ਲੋਕਾਂ ਨੂੰ ਛੁੱਟੀ ਕਰਕੇ ਘਰੋਂ ਆਈਸੋਲੇਸ਼ਨ ਵਾਰਡ 'ਚੋਂ ਇਕਾਂਤਵਾਸ ਤੋਂ ਵਿਹਲਾ ਕਰਕੇ ਘਰ ਭੇਜਦਾ। ਹੁਣ ਸਾਡੇ ਜਿਹੜੇ ਪੰਜਾਬ ਦੇ ਕੈਬਨਿਟ ਮੰਤਰੀ ਨੇ ਓਮ ਪ੍ਰਕਾਸ਼ ਸੋਨੀ ਸਾਹਿਬ, ਉਹਨਾਂ ਨੇ ਕਿਹਾ ਵੀ ਜਿਹੜੇ ਇਹ ਲੈਬੋਰਟਰੀਆਂ ਦੇ ਵਿੱਚ ਕੋਈ ਵੀ ਗਲਤ ਕੰਮ ਹੋਇਆ, ਸਾਡੀ ਸਰਕਾਰ ਇਹਦੇ ਖਿਲਾਫ ਸਖਤ ਤੋਂ ਸਖਤ ਕਦਮ ਚੱਕੂਗੀ ਤੇ ਸਰਕਾਰ ਵੱਲੋਂ ਇਹਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਊਗੀ। ਸੋਨੀ ਨੇ ਦਾਅਵਾ ਕਰਤਾ ਕਿ ਪੰਜਾਬ ਦੇ ਵਿੱਚ ਕਰੋਨਾ ਵਾਇਰਸ ਦੇ ਖਿਲਾਫ ਜੋ ਸਰਕਾਰ ਦੀ ਜੋ ਲੜਾਈ ਹੈ ਉਹ ਚੱਲ ਰਹੀ ਹੈ। ਟੈਸਟਿੰਗ ਬਹੁਤ ਮਹੱਤਵਪੂਰਨ ਹੈ। ਸਰਕਾਰ ਦੇ ਵਿੱਚ ਟੈਸਟਿੰਗ ਵਧਾਉਣ ਦੇ ਵਾਸਤੇ ਲਗਾਤਾਰ ਜਿਹੜੇ ਕਦਮ ਚੱਕੇ ਜਾ ਰਹੇ ਨੇ, ਉਹਦੇ ਵਿੱਚ ਕਰੋਨਾ ਵਾਇਰਸ ਦੇ ਸਾਰੇ ਟੈਸਟ ਜੋ ਸੈਂਪਲ ਨੇ, ਟੈਸਟਿੰਗ ਹੈ ਉਹ ਵਧਾਈ ਜਾਊਗੀ। ਖਾਸ ਕਰਕੇ ਪੰਜਾਬ ਦੇ ਵਿੱਚ 3 ਸੂਬੇ ਇਦਾਂ ਦੇ ਨੇ ਜਿੱਥੇ ਕਰੋਨਾ ਵਾਇਰਸ ਨਹੀਂ ਰੁਕ ਰਿਹਾ। ਸਭ ਤੋਂ ਪਹਿਲਾਂ ਜੀ ਲੁਧਿਆਣਾ, ਜਲੰਧਰ, ਉਸ ਤੋਂ ਬਾਅਦ ਅੰਮ੍ਰਿਤਸਰ। ਇਹ 3 ਇਦਾਂ ਦੇ ਸੂਬੇ ਨੇ ਜਿੱਥੇ ਡਿਸਟ੍ਰਿਕਟ ਨੇ, ਇਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਕਰੋਨਾ ਵਾਇਰਸ ਹੈ। ਤੇ ਹੁਣ ਪੰਜਾਬ ਸਰਕਾਰ ਨੇ ਲੁਧਿਆਣਾ, ਜਲੰਧਰ, ਮੋਹਾਲੀ ਦੇ ਵਿੱਚ 2 ਇਦਾਂ ਦੀਆਂ ਜਗ੍ਹਾ ਜਿੱਥੇ ਨਵੀਆਂ ਲੈਬੋਰਟਰੀਆਂ ਖੋਲ੍ਹਣ ਦੀ ਗੱਲ ਕੀਤੀ ਹੈ। ਇਹਨਾਂ ਨਵੀਆਂ ਲੈਬੋਰਟਰੀਆਂ ਖੋਲ੍ਹਣ ਨਾਲ ਜਿੱਥੇ ਕਰੋਨਾ ਵਾਇਰਸ ਦੇ ਸੰਕਰਮਣ ਦਾ ਛੇਤੀ ਪਤਾ ਲੱਗ ਜੂ, ਉੱਥੇ ਹੀ ਪੰਜਾਬ ਦੇ ਵਿੱਚ ਕਰੋਨਾ ਵਾਇਰਸ ਰੋਕਣ ਵਾਸਤੇ ਵੀ ਵੱਡਾ ਫਾਇਦਾ ਹੋ ਜੂ। ਹੁਣ ਪੰਜਾਬ ਸਰਕਾਰ ਦੇ ਕੋਲ 3 ਵੱਡੀਆਂ ਲੈਬਾਂ ਜਿਹੜੀਆਂ ਅੰਮ੍ਰਿਤਸਰ ਦੇ ਵਿੱਚ, ਫਰੀਦਕੋਟ ਦੇ, ਪਟਿਆਲੇ ਦੇ ਵਿੱਚ ਜਿੱਥੇ ਟੈਸਟਿੰਗ ਹੋ ਰਹੀ ਹੈ। ਸੋ ਇਸ ਕਰਕੇ ਇਹ ਜ਼ਰੂਰੀ ਹੈ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀਆਂ ਟੈਸਟ ਲੈਬਾਂ ਖੋਲ੍ਹਣੀਆਂ। ਅਗਲੀ ਖਬਰ ਦੇ ਉੱਪਰ ਚੱਲਦੇ ਹਾਂ ਜੀ। ਪੰਜਾਬ ਦੇ ਵਿੱਚ ਕਰੋਨਾ ਵਾਇਰਸ ਦਾ ਕਹਿਰ ਇੱਕ ਵਾਰ ਫੇਰ ਵੱਧ ਗਿਆ। ਕਰੋਨਾ ਵਾਇਰਸ ਜਿੱਥੇ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਮਿਸ਼ਨ ਫਤਿਹ ਦੇ ਤਹਿਤ ਅਲੱਗ-ਅਲੱਗ ਜਿਹੜੇ ਡਿਸਟ੍ਰਿਕਟ ਨੇ ਉਹਨਾਂ ਦੇ ਵਿੱਚ ਉਹ ਗੱਡੀਆਂ ਨੂੰ ਹਰੀ ਝੰਡੀਆਂ ਦਿੱਤੀਆਂ। ਮਿਸ਼ਨ ਫਤਿਹ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ। ਉੱਥੇ ਹੀ ਕਰੋਨਾ ਦੇ ਨਵੇਂ 77 ਮਾਮਲੇ ਕੱਲ ਨਿਕਲ ਕੇ ਆਏ ਆ ਤੇ ਕਰੋਨੇ ਦੇ ਮਰੀਜ਼ਾਂ ਦੀ ਗਿਣਤੀ 3140 ਹੋ ਗਈ ਹੈ। ਕਰੋਨਾ ਦੇ ਨਾਲ ਮੌਤਾਂ ਦੀ ਜਿਹੜੀ ਗਿਣਤੀ ਹੈ ਉਹ ਵੀ ਵੱਧਦੀ ਜਾ ਰਹੀ ਹੈ। ਪਠਾਨਕੋਟ 'ਚ 2 ਲੋਕਾਂ ਦੀ ਮੌਤ ਹੋ ਗਈ ਹੈ। ਸੰਗਰੂਰ ਦੇ ਵਿੱਚ ਵੀ ਮੌਤ ਹੋਈ ਹੈ। ਸੂਬੇ ਦੇ ਵਿੱਚ ਕਰੋਨਾ ਨਾਲ ਮਰਨ ਵਾਲਿਆਂ ਦੀ ਜਿਹੜੀ ਗਿਣਤੀ ਹੈ ਉਹ ਭਾਈ ਕਾਫੀ ਵੱਧ ਚੁੱਕੀ ਹੈ। 67 ਲੋਕ ਜਿਹੜੇ ਕਿ ਪੰਜਾਬ 'ਚ ਕਰੋਨਾ ਵਾਇਰਸ ਦੇ ਨਾਲ ਆਪਣੀ ਜਾਨ ਗਵਾ ਚੁੱਕੇ ਆ। ਐਤਵਾਰ ਨੂੰ ਜਿਹੜੇ ਕਿ 99 ਨਵੇਂ ਕੇਸ ਨਿਕਲ ਕੇ ਆਏ ਸੀ, ਜਿਨ੍ਹਾਂ ਵਿੱਚੋਂ ਅੰਮ੍ਰਿਤਸਰ ਦੇ ਅੰਦਰ 13, ਜਲੰਧਰ 'ਚ 1, ਲੁਧਿਆਣੇ 'ਚ 22 ਕੇਸ, ਸਭ ਤੋਂ ਜ਼ਿਆਦਾ 22 ਕੇਸ ਲੁਧਿਆਣੇ ਵਿੱਚ ਨਿਕਲ ਕੇ ਆਏ। ਮੋਹਾਲੀ ਦੇ ਵਿੱਚ 10 ਕੇਸ ਨਿਕਲੇ, ਸੰਗਰੂਰ 'ਚ 5, ਤਰਨਤਾਰਨ 2, ਪਠਾਨਕੋਟ ਦੇ ਵਿੱਚ 5 ਕੇਸ ਨਿਕਲੇ ਸੀ, ਫਤਿਹਗੜ੍ਹ ਸਾਹਿਬ ਦੇ ਵਿੱਚ 2, ਮੋਗੇ 'ਚ 1, ਪਟਿਆਲੇ 'ਚ 10 ਕੇਸ। ਕੈਪਟਨ ਅਮਰਿੰਦਰ ਸਿੰਘ ਦਾ ਆਪਣਾ ਸ਼ਹਿਰ, 10 ਕੇਸ ਉੱਥੇ ਨਿਕਲੇ ਸੀ। ਗੁਰਦਾਸਪੁਰ 'ਚ 2, ਮੁਕਤਸਰ ਦੇ ਵਿੱਚ 1, ਹੁਸ਼ਿਆਰਪੁਰ ਦੇ ਵਿੱਚ 2 ਮਰੀਜ਼ ਸਾਹਮਣੇ ਨਿਕਲ ਕੇ ਆਏ ਸੀ। ਸੋ ਕੇਸਾਂ ਦੀ ਗਿਣਤੀ ਜਿਹੜੀ ਵੱਧਦੀ ਜਾ ਰਹੀ ਹੈ। ਬੇਸ਼ੱਕ ਕੈਪਟਨ ਅਮਰਿੰਦਰ ਸਿੰਘ ਵੀ ਸਵਾਲਾਂ ਦੇ ਘੇਰੇ ਵਿੱਚ ਆਈ ਜਾਂਦੇ ਨੇ। ਉੱਥੇ ਹੀ ਹੁਣ ਪੰਜਾਬ ਦੇ ਵਿੱਚ ਇਹਨਾਂ ਜਿਹੜੀਆਂ ਬਿਮਾਰੀਆਂ ਨੂੰ ਠੱਲ ਪਾਉਣ ਵਾਸਤੇ ਪ੍ਰਦੇਸ਼ ਦੀ ਸਰਕਾਰ ਆਪਣੇ ਵੱਲੋਂ ਵੱਡੇ ਕਦਮ ਚੱਕਣ ਦੇ ਦਾਅਵੇ ਕਰ ਰਹੀ। ਹੁਣ ਅਗਲੀ ਖਬਰ ਦੇ ਉੱਪਰ ਚੱਲਦੇ ਹਾਂ ਜੀ। ਮਹਿੰਗਾ ਹੋ ਰਿਹਾ ਪਿਆਜ਼ ਤੁਸੀਂ ਆਪਣੀ ਸਬਜ਼ੀ ਦੇ ਵਿੱਚ ਪਾਉਂਦੇ ਹੋ ਤਾਂ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਪਿਆਜ਼ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨਾਫੇਡ ਨੇ ਸਰਕਾਰ ਦੀ ਤਰਫੋਂ ਬਫਰ ਸਟਾਕ ਬਣਾਉਣ ਵਾਸਤੇ ਹੁਣ ਘੱਟੋ ਘੱਟ 25000 ਟਨ ਪਿਆਜ਼ ਖਰੀਦ ਕੀਤੀ ਹੈ। ਇਹ ਜਿਹੜੀ ਖਰੀਦ ਆ ਕਿਸਾਨ ਉਤਪਾਦਕ ਸੰਗਠਨਾਂ PFPO ਸਹਿਕਾਰੀ ਸਭਾਵਾਂ ਤੇ ਸਿੱਧੇ ਖਰੀਦ ਕੇਂਦਰਾਂ ਤੇ ਮੌਜੂਦ ਰੇਟਾਂ ਤੇ ਕੀਤੀਆਂ ਗਈਆਂ। ਪਿਛਲੇ ਸਾਲ ਜੋ ਨਾਫੇਡ ਹੈ ਉਹਨੇ 2018 ਤੇ 19 ਦੀਆਂ ਹਾੜੀ ਦੀਆਂ ਜੋ ਸਰਦੀ ਦੇ ਵਿੱਚ ਜੋ ਫਸਲਾਂ ਸੀ ਉਹਦੇ ਵਿੱਚ 57000 ਟਨ ਪਿਆਜ਼ ਖਰੀਦਿਆ ਸੀ। ਨਾਫੇਡ ਨੇ ਕਿਹਾ ਕਿ ਇਸ ਵਾਰ ਵੱਡੇ ਉਦਯੋਗਾਂ ਵਾਲੇ ਰਾਜਾਂ ਵਿੱਚ 1 ਲੱਖ ਟਨ ਪਿਆਜ਼ ਖਰੀਦਣ ਦਾ ਉਹਨਾਂ ਨੇ ਟੀਚਾ ਬਣਾ ਲਿਆ। ਇਸ ਵੇਲੇ ਚੰਗੀ ਔਸਤ ਕੁਆਲਿਟੀ ਦੀ ਪਿਆਜ਼ ਦੀ ਜੇ ਕੀਮਤ ਗੱਲ ਕੀਤੀ ਜਾਵੇ ਤਾਂ 1000 ਰੁਪਏ ਪ੍ਰਤੀ
ਤੋਂ ਲੈ ਕੇ 1400 ਪ੍ਰਤੀ ਕੁਆਂਟਲ ਦੇ ਵਿਚਕਾਰ ਜਿਹੜਾ ਪਿਆਜ਼ ਬਾਜ਼ਾਰ 'ਚ ਮਿਲਦਾ। ਵੱਡੇ ਸ਼ਹਿਰਾਂ ਦੇ ਵਿੱਚ ਪਿਆਜ਼ ਦੀ ਕੀਮਤ ਇਸ ਵਕਤ 20 ਤੋਂ 30 ਰੁਪਏ ਕਿਲੋ ਹੈ। ਪਰ ਦੱਸ ਦਈਏ ਤੁਹਾਨੂੰ ਕਿ ਪਿਛਲੇ ਸਾਲ ਪਿਆਜ਼ ਦੀ ਕੀਮਤ 100 ਰੁਪਏ ਦੇ ਪਹੁੰਚ ਗਈ ਸੀ। ਲੋਕਾਂ ਨੇ ਪਿਆਜ਼ ਖਾਣਾ ਬੰਦ ਕਰਤਾ ਸੀ। ਮੂਲੀਆਂ ਨਾਲ ਹੋਰ ਦੂਜੇ ਨਿੱਕ ਸੁੱਕ ਚੀਜ਼ਾਂ ਪਾ ਕੇ ਟਾਈਮ ਪਾਸ ਕਰਨ ਲੱਗ ਗਏ ਸੀ। 100 ਰੁਪਏ ਪਿਆਜ਼ ਦਾ ਰੇਟ ਸੀ। ਪਿਛਲੇ ਸਾਲ ਸਰਕਾਰ ਨੇ 56,000 ਟਨ ਪਿਆਜ਼ ਜਿਹੜਾ ਕਿ ਬਫਰ ਸਟਾਕ ਤਿਆਰ ਕੀਤਾ ਸੀ, ਪਰ ਵਾਧੀ ਕੀਮਤ ਨੂੰ ਰੋਕਣ ਵਾਸਤੇ ਉਸ ਵਿੱਚ ਅਸਫਲ ਰਹੀ ਹੈ। ਇਹਦੇ ਮੱਦੇਨਜ਼ਰ ਸਰਕਾਰ ਨੇ ਹੁਣ 2020 ਦੇ ਵਿੱਚ 1 ਲੱਖ ਟਨ ਪਿਆਜ਼ ਦਾ ਬਫਰ ਸਟਾਕ ਬਣਾਉਣ ਦਾ ਫੈਸਲਾ ਕੀਤਾ ਹੈ। ਸੋ ਪਿਆਜ਼ ਦੇ ਰੇਟ ਆਉਣ ਵਾਲੇ ਦਿਨਾਂ 'ਚ ਵੱਧ ਸਕਦੇ, ਇਸ ਤਰ੍ਹਾਂ ਦਾ ਖਾਦਸਾ ਜਿਹੜਾ ਕਿ ਜਿੱਤਾ ਹੈ। ਹੁਣ ਆਪਾਂ ਲੈ ਚੱਲਦੇ ਤੁਹਾਨੂੰ ਅੰਮ੍ਰਿਤਸਰ, ਜਿੱਥੇ ਖਾਲਿਸਤਾਨ ਨੂੰ ਲੈ ਕੇ ਇੱਕ ਵੱਡਾ ਬਿਆਨ ਨਿਕਲ ਕੇ ਆਇਆ ਸੀ। ਪੰਜਾਬ ਦੀ ਸਿਆਸਤ ਦੇ ਵਿੱਚ ਸਾਰੀ ਪਾਰਟੀ ਨੇ ਆਪਣੀ ਆਪਣੀ ਵਿਚਾਰਧਾਰਾ ਸਾਰਿਆਂ ਨਾਲ ਸਾਂਝੀਆਂ ਕੀਤੀਆਂ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਰਵੱਈਏ ਤੇ ਇੱਕ ਵਾਰ ਮਹੱਤਵਪੂਰਨ ਤਬਦੀਲੀ ਜੋ ਦੇਖਣ 'ਚ ਮਿਲੀ ਹੈ। ਸੋ ਕਈ ਬੰਦਿਆਂ ਨੇ ਕਿਹਾ ਕਿ ਜਥੇਦਾਰ ਸਾਹਿਬ ਜੋ ਬਿਆਨਬਾਜ਼ੀ ਪਹਿਲਾਂ ਕਰਦੇ ਸੀ ਉਹ ਬਦਲ ਗਈ। ਪਤਾ ਨਹੀਂ ਹੁਣ ਉਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਗਿਆ ਜਾਂ ਇਹ ਕਹਿ ਸਕਦੇ ਕਿ ਜਥੇਦਾਰ ਸਾਹਿਬ ਨੂੰ ਹੁਣ ਪਤਾ ਲੱਗਿਆ ਵੀ ਮੇਰੇ ਬਿਆਨ ਦਾ ਬਣ ਕੀ ਗਿਆ। ਹੁਣ ਇਹ ਤਬਦੀਲੀ ਕੀ ਹੈ? ਕਹਿੰਦੇ ਜੀ ਖਾਲਿਸਤਾਨ ਬਾਰੇ ਆਪਣੇ ਬਿਆਨ ਦੇ ਵਿਚਾਰ ਵਟਾਂਦਰੇ ਉਹਨਾਂ ਨੇ ਕੀਤੇ ਆ। ਸਾਕਾ ਨੀਲਾ ਤਾਰਾ ਦੇ ਵਰ੍ਹੇਗੰਢ ਦੇ ਉੱਪਰ ਉਹਨਾਂ ਨੇ ਕਿਹਾ ਕਿ ਸਿੱਖ ਖਾਲਿਸਤਾਨ ਦੀ ਮੰਗ ਕਰਦੇ ਆ। ਇਸ ਵਿੱਚ ਕੁਝ ਗਲਤ ਨਹੀਂ ਹੈ। ਕੇਂਦਰ ਸਰਕਾਰ ਸਿੱਖਾਂ ਨੂੰ ਖਾਲਿਸਤਾਨ ਦੇਵੇ ਤਾਂ ਸਿੱਖ ਇਨਕਾਰ ਨਹੀਂ ਕਰਨਗੇ। ਇਸ ਬਿਆਨ ਨੂੰ ਲੈ ਕੇ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਚੀਮਾ ਸਾਹਿਬ ਨੇ ਰੌਲਾ ਪਾਇਆ। ਉਸ ਤੋਂ ਬਾਅਦ ਕਾਂਗਰਸ ਨੇ ਚੱਕਿਆ ਜੀ ਰੌਲਾ। ਫਿਰ ਸ਼੍ਰੋਮਣੀ ਅਕਾਲੀ ਦਲ ਦੀ ਭਾਈਵਾਲ ਪਾਰਟੀ ਹੈ ਜੀ ਬੀਜੇਪੀ, ਇਹਨਾਂ ਨੇ ਵੀ ਇਸ ਗੱਲ ਦੇ ਉੱਪਰ ਇਤਰਾਜ਼ ਜਤਾਇਆ। ਹੁਣ ਫਿਰ ਕੀ ਬਣਿਆ ਜੀ? ਹੁਣ ਉਹਨਾਂ ਨੇ ਕਿਹਾ ਕਿ ਸਿੱਖਾਂ ਨੂੰ ਕਿਸੇ ਵੀ ਤਰ੍ਹਾਂ ਖਾਲਿਸਤਾਨ ਦੇ ਨਾਂ ਦੀ ਪਰਿਭਾਸ਼ਾ ਨਹੀਂ ਕੀਤੀ ਜਾਣੀ ਚਾਹੀਦੀ ਹੈ। ਉਹਨਾਂ ਨੇ ਕਿਹਾ ਕਿ ਸਿੱਖਾਂ ਨੂੰ ਇਹ ਯਾਦ ਰੱਖਣਾ ਹੋਊਗਾ ਕਿ ਦੁਸ਼ਮਣ ਦੇਸ਼ ਕਿਸੇ ਤਰ੍ਹਾਂ ਸਿੱਖ ਵਿਧਾਨ ਦੇ ਵਿਰੁੱਧ ਸਿੱਖ ਨੌਜਵਾਨਾਂ ਨੂੰ ਗੁੰਮਰਾਹ ਨਾ ਕਰੇ। ਜੋ ਵਿਧਾਨ ਸਾਡਾ ਸੰਵਿਧਾਨ ਬਣਿਆ ਉਸ ਸੰਵਿਧਾਨ ਦੇ ਉੱਪਰ ਕਿਸੇ ਤਰ੍ਹਾਂ ਦੀ ਗੁੰਮਰਾਹਪਣਾ ਜਿਹੜਾ ਇਹ ਨੌਜਵਾਨਾਂ ਦੇ ਉੱਪਰ ਆਉਣਾ ਨਹੀਂ ਚਾਹੀਦਾ। ਅੱਤਵਾਦੀਆਂ ਵੱਲ ਜੋ ਅੱਤਵਾਦ ਹੈ ਇਸ ਵੱਲ ਧੱਕਣ ਦੀ ਜਿਹੜੇ ਕਿ ਇਸ ਵਿੱਚ ਉਹ ਸਫਲ ਨਹੀਂ ਹੋ ਸਕਦੇ। ਸਿੱਖ ਵਿਸ਼ਵ ਭਰ ਦੇ ਵਿੱਚ ਸ਼ਾਂਤੀ, ਸਰਵ ਵਿਆਪਕ ਸ਼ਾਂਤੀ ਤੇ ਸਰਬ ਦੇ ਭਲੇ ਵਾਸਤੇ ਵਕੀਲ ਹੈ। ਹੁਣ ਗਿਆਨੀ ਜੀ ਦੇ ਇਸ ਬਿਆਨ ਤੋਂ ਬਾਅਦ ਇੱਕ ਵਾਰ ਫੇਰ ਸਿਆਸਤ ਗਰਮਾ ਗਈ। ਹੁਣ ਕਹਿੰਦੇ ਜੀ ਗਿਆਨੀ ਜੀ ਨੇ ਹੁਣ ਇਹ ਆਪਣਾ ਸਪਸ਼ਟੀਕਰਨ ਕਿਉਂ ਦਿੱਤਾ, ਪਹਿਲਾਂ ਕਿਉਂ ਨਹੀਂ ਦਿੱਤਾ? ਸੋ ਕਿਤੇ ਨਾ ਕਿਤੇ ਕਿਹਾ ਜਾ ਸਕਦਾ ਕਿ ਕੋਈ ਪ੍ਰੈਸ਼ਰ ਹੋਇਆ ਉਹਨਾਂ ਨੂੰ ਜਾਂ ਫਿਰ ਕਿਸੇ ਪਾਸੇ ਉਹ ਕੋਈ ਗੱਲ ਕਹੀ ਗਈ ਹੈ ਜਿਸ ਕਰਕੇ ਉਹਨਾਂ ਨੇ ਸਪਸ਼ਟੀਕਰਨ ਦਿੱਤਾ। ਚਲੋ ਖੈਰ, ਅਗਲੀ ਖਬਰ ਦੇ ਉੱਪਰ ਚੱਲਦੇ ਹਾਂ ਜੀ। ਪੰਜਾਬ ਦੇ ਵਿੱਚ ਮੌਸਮ ਕਹਿੰਦੇ ਜੀ ਥੋੜਾ ਜਿਹਾ ਬਦਲ ਸਕਦਾ ਹੈ। ਦੱਖਣੀ ਪੱਛਮੀ ਮਾਨਸੂਨ ਜਿਹੜਾ ਐਤਵਾਰ ਨੂੰ ਸਵੇਰੇ ਮਹਾਰਾਸ਼ਟਰ ਦੇ ਨਾਲ ਗੁਜਰਾਤ, ਛੱਤੀਸਗੜ੍ਹ ਦੇ ਕੁਝ ਹਿੱਸਿਆਂ 'ਚ ਦਸਤਕ ਦੇ ਗਿਆ। ਜਿੱਥੇ ਕਰੋਨਾ ਵਾਇਰਸ ਮਹਾਰਾਸ਼ਟਰ ਦੇ ਸਭ ਤੋਂ ਵੱਧ ਹੈ, ਉੱਥੇ ਹੀ ਮਹਾਰਾਸ਼ਟਰ ਦੇ ਨਾਲ ਗੁਜਰਾਤ ਤੇ ਛੱਤੀਸਗੜ੍ਹ ਦੇ ਵਿੱਚ ਕਰੋਨਾ ਦੇ ਨਾਲ ਹੁਣ ਮੌਸਮ ਨੇ ਵੀ ਦਸਤਕ ਚੰਗੀ ਦਿੱਤੀ ਹੈ। ਉੱਤਰ ਭਾਰਤ ਦੇ ਕਈ ਹਿੱਸਿਆਂ ਵਿੱਚ ਮੌਸਮ ਦੇ ਵਿੱਚ ਗਰਮੀ ਹੈ, ਨਮੀ ਵਾਲਾ ਜਿਹੜਾ ਮੌਸਮ ਬਣਿਆ ਹੋਇਆ। ਦਿੱਲੀ ਦੇ ਵਿੱਚ 40 ਡਿਗਰੀ ਤੋਂ ਵੱਧ ਤਾਪਮਾਨ ਹੈ। ਰਾਸ਼ਟਰੀ ਰਾਜਧਾਨੀ ਸਭ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਨੋਟ ਕੀਤਾ ਗਿਆ। ਜਿੱਥੇ ਵਿਗਿਆਨੀਆਂ ਨੇ ਕਿਹਾ ਸੀ, ਕਹਿੰਦੇ ਜੀ ਕਈ ਬੰਦਿਆਂ ਨੇ ਦਾਅਵੇ ਕੀਤੇ ਸੀ ਗਰਮੀ ਦੇ ਵਿੱਚ ਕਰੋਨਾ ਵਾਇਰਸ ਮਰ ਜਾਂਦਾ। 40 ਡਿਗਰੀ ਟੈਂਪਰੇਚਰ ਦਿੱਲੀ ਦਾ, ਤੇ ਦਿੱਲੀ ਦੇ ਵਿੱਚ ਅੱਜ 37,000 ਕੇਸ ਕਰੋਨਾ ਵਾਇਰਸ ਦੇ ਹੈ। ਸੋ ਸੋਮਵਾਰ ਨੂੰ ਸ਼ਹਿਰ ਦੇ ਵਿੱਚ ਸਭ ਤੋਂ ਵੱਧ ਤਾਪਮਾਨ 41 ਡਿਗਰੀ ਦੇ ਵਿੱਚ ਨੋਟ ਕੀਤਾ ਗਿਆ ਤੇ ਘੱਟੋ ਘੱਟ ਤਾਪਮਾਨ 28 ਡਿਗਰੀ ਸੈਲਸੀਅਸ ਰਹਿਣ ਦੀ ਭਵਿੱਖਬਾਣੀ ਜਿਹੜੀ ਕੀਤੀ ਗਈ ਸੀ। ਚੰਡੀਗੜ੍ਹ ਸਭ ਤੋਂ ਵੱਧ ਤਾਪਮਾਨ 38.8 ਡਿਗਰੀ ਸੈਲਸੀਅਸ। ਹਰਿਆਣੇ ਦੇ ਬਹੁਤੇ ਹਿੱਸਿਆਂ 'ਚ ਤਾਪਮਾਨ ਜਿਹੜਾ ਕਿ ਸਭ ਤੋਂ ਜ਼ਿਆਦਾ ਦੱਸਿਆ ਗਿਆ, ਪਰ ਤਾਪਮਾਨ 38.8 ਡਿਗਰੀ ਸੈਲਸੀਅਸ ਬਹੁਤ ਜ਼ਿਆਦਾ ਹੁੰਦਾ, ਬਹੁਤ ਜ਼ਿਆਦਾ ਗਰਮੀ ਹੁੰਦੀ ਹੈ। ਤੇ ਉੱਥੇ ਤਾਪਮਾਨ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਸਭ ਤੋਂ ਵੱਧ ਤਾਪਮਾਨ ਜਿਹੜਾ ਅੰਮ੍ਰਿਤਸਰ ਦਾ 40.4 ਡਿਗਰੀ ਸੈਲਸੀਅਸ, ਜਿੱਥੇ ਕਰੋਨੇ ਦੇ ਸਭ ਤੋਂ ਵੱਧ ਕੇਸ ਹੈ। ਲੁਧਿਆਣੇ ਦੇ ਵਿੱਚ 40.9 ਡਿਗਰੀ ਸੈਲਸੀਅਸ, ਜਿੱਥੇ ਕਰੋਨੇ ਦੇ ਸਭ ਤੋਂ ਵੱਧ ਕੇਸ ਹੈ। ਪਟਿਆਲੇ ਦੇ ਵਿੱਚ 40.3 ਡਿਗਰੀ ਸੈਲਸੀਅਸ ਰਿਹਾ। ਪਟਿਆਲੇ 'ਚ ਵੀ ਸੁਖਨਾ ਕੇਸ ਬਹੁਤ ਹੈ ਜੀ। ਸੋ ਇਸ ਤਰ੍ਹਾਂ ਰਾਜਸਥਾਨ ਦੇ ਜੋ ਪੂਰਬੀ ਪੱਛਮੀ ਖੇਤਰਾਂ ਦੇ ਵਿੱਚ ਇਤਵਾਰ ਸਵੇਰੇ ਕਈ ਜਗ੍ਹਾ ਤੇ ਭਾਰੀ ਤੇ ਦਰਮਿਆਨੀ ਬਾਰਿਸ਼ ਹੋਈ ਹੈ, ਜਦੋਂ ਕਿ ਕਈ ਜਗ੍ਹਾ ਦੇ ਵਿੱਚ ਗਰਮੀ ਕਾਫੀ ਦੇਖਣ ਨੂੰ ਮਿਲੀ ਹੈ। ਸੋ ਉਮੀਦ ਕਰਦੇ ਹਾਂ ਕਿ ਜਲਦੀ ਜਿਹੜਾ ਕਿ ਮੌਸਮ ਇੱਕ ਵਾਰ ਫੇਰ ਠੀਕ ਹੋ ਜਾਊਗਾ ਤੇ ਲੋਕਾਂ ਨੂੰ ਥੋੜੀ ਜਿਹੀ ਰਾਹਤ ਜ਼ਰੂਰ ਮਿਲੂਗੀ। ਗਰਮੀ ਬਹੁਤ ਜ਼ਿਆਦਾ ਹੈ। ਸੋ ਪੰਜਾਬੀ ਖਬਰਾਂ ਦੇ ਵਿੱਚ ਇਹ ਸੀ ਅੱਜ ਦੀਆਂ ਵੱਡੀਆਂ ਖਬਰਾਂ। ਹੋਰ ਖਬਰਾਂ ਵੀ ਇਸੇ ਤਰ੍ਹਾਂ ਤੁਹਾਡੇ ਨਾਲ ਚੱਲਦੀਆਂ ਰਹਿਣਗੀਆਂ। ਦੇਸ਼ ਦੁਨੀਆ ਦੀਆਂ ਤਾਜ਼ਾ ਤਰੀਨ ਖਬਰਾਂ ਦੇਖਣੀਆਂ, ਸੁਣਨੀਆਂ, ਪੜ੍ਹਨੀਆਂ ਤੁਸੀਂ ਸਾਡੀ ਵੈਬਸਾਈਟ ਤੇ ਵੀ ਜਾ ਸਕਦੇ ਹੋ www
ajnewswala.com ਦੇ ਉੱਪਰ। ਤੇ ਹੁਣ ਪਰਮਜੀਤ ਨੂੰ ਦਿਓ ਇਜਾਜ਼ਤ। ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। सरदार गुरजीत सिंह, हर समस्या ਦਾ ਸਮਾਧਾਨ ਘਰ ਬੈਠੇ ਕਰਵਾਓ। ਮਨਚਾਇਆ ਕੰਮ, ਕਾਰੋਬਾਰ ਵਿੱਚ ਰੁਕਾਵਟ, ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਲਵ ਮੈਰਿਜ ਕੀਤਾ ਕਰਵਾਇਆ, ਸੰਤਾਨਹੀਨਤਾ, ਸੱਸ ਨੂੰ ਅਤੇ ਪਤੀ ਪਤਨੀ 'ਚ ਅਣਬਣ, ਗੁਪਤ ਰੋਗ, ਕੋਰਟ ਕੇਸ, ਤਲਾਕ ਕਰਵਾਉਣਾ ਜਾਂ ਨਾ ਕਰਵਾਉਣਾ, ਖੋ ਚੁੱਕਾ ਪਿਆਰ, ਪਿਆਰ ਵਿੱਚ ਧੋਖਾ, ਸੋਤਨ ਜਾਂ ਦੁਸ਼ਮਣ ਤੋਂ ਛੁਟਕਾਰਾ, ਹਰ ਸਮੱਸਿਆ ਦਾ ਘਰ ਬੈਠੇ ਸਮਾਧਾਨ ਕਰਵਾਓ। सरदार गुरजीत सिंह, आज ही फोन करो